ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਏ, ਗੱਲਾਂ ਕਰਦਾ ਏ, ਤੇ ਸ਼ੁਕਰ ਕਰੀਏ ਕਿ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਏ। ਤੇ ਜੇਕਰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਏ ਤੇ ਆਓ ਫਿਰ ਉਹਦੀਆਂ ਗੱਲਾਂ ਇਨਸਾਨ ਨੂੰ ਹੁਸ਼ਿਆਰ ਕਰਦੀਆਂ ਏ, ਬੇਦਾਰ ਕਰਦੀਆਂ ਏ ਤੇ ਬਚਾਉਂਦੀਆਂ ਏ। ਨੈਨੋਵਾ ਵਾਲਿਆਂ ਨੇ ਉਹਦੀ ਗੱਲ ਨੂੰ ਸੁਣ ਲਿਆ ਤੇ ਬਚ ਗਏ। ਖੁਦਾ ਦਾ ਬੰਦਾ ਦਾਊਦ ਵੀ ਕਹਿੰਦਾ ਹੈ, ਮੈਂ ਗੱਲ ਖੁਦਾ ਦੀ ਸੁਣਾਂਗਾ ਜਦ ਕਰੇਗਾ ਕਲਾਮ। ਤੇ ਆਓ ਜੇਕਰ ਸਾਡਾ ਰੱਬ ਸਾਡੇ ਨਾਲ ਗੱਲਾਂ ਕਰਦਾ ਹੈ ਤੇ ਅਸੀਂ ਉਹਦੀਆਂ ਸੁਣੀਏ, ਚੰਗੇ ਰਹਿ ਜਾਾਂਗੇ। ਇਫਸੀਓਂ 5:14 ਵਿੱਚ ਲਿਖਿਆ ਹੈ, ਐ ਸੌਣ ਵਾਲਿਆ। ਕੋਈ ਆਵਾਜ਼ ਲਾਉਂਦਾ ਪਿਆ ਏ। ਪੌਲੁਸ ਰਸੂਲ ਦੀ ਆਪਣੀ ਆਵਾਜ਼ ਨਹੀਂ ਗੀ ਏ। ਗੋ ਬੋਲਦਾ ਖੁਦਾ ਪੌਲੁਸ ਰਸੂਲ ਦੇ ਜ਼ਰੀਏ ਆ, ਲੇਕਿਨ ਪੌਲੁਸ ਰਸੂਲ ਦੂਸਰਾ ਕਰੰਥੀਓਂ 5:20 ਨੂੰ ਪੜ੍ਹੀਏ ਤੇ ਉਹ ਕਹਿੰਦਾ ਏ ਕਿ ਮੈਂ ਖੁਦਾਵੰਦ ਯਿਸੂ ਮਸੀਹ ਦਾ ਏਲਚੀ ਹਾਂ। ਮੈਂ ਉਹਦਾ ਸੁਨੇਹਾ ਦਿੰਦਾ ਹੈ, ਮੈਂ ਉਹਦਾ ਏਲਚੀ ਹਾਂ। ਯਹੋਨਾ ਦੀ ਅੰਚੀਲ ਉਸਦਾ 12 ਬਾਬ, ਜਿਸ ਲਈ ਅਸੀਂ 59 ਤੇ 60 ਐਤ ਨੂੰ ਪੜ੍ਹਦੇ ਹਾਂ। ਯਸਾਇਆ ਨਬੀ ਦਾ ਰੋਮੀਓ 49 ਤੇ 50 ਐਤ ਨੂੰ ਬਈ। ਯਹੋਨਾ ਦੀ ਅੰਚੀਲ 12 ਬਾਬ 49 ਤੇ 50 ਐਤ। ਸੋ ਲਿਖਿਆ ਮਿਲਦਾ ਹੈ, ਮੈਂ ਆਪਣੀ ਤਰਫੋਂ ਕੁਝ ਵੀ ਨਹੀਂ ਕਹਿੰਦਾ। ਗੱਲ ਖੁਦਾਵੰਦ ਯਿਸੂ ਮਸੀਹ ਕਰਨ ਡਿਆ ਏ, ਲੋਕਾਂ ਦੇ ਨਾਲ ਕਰਦਾ ਏ ਤੇ ਕਹਿੰਦਾ ਹੈ, ਮੈਂ ਆਪਣੀ ਤਰਫੋਂ ਕੁਝ ਵੀ ਨਹੀਂ ਕਹਿੰਦਾ, ਬਲਕਿ ਬਾਪ ਜਿਸ ਨੇ ਮੈਨੂੰ ਭੇਜਿਆ ਏ ਉਸਨੇ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ ਕਵਾਂ ਤੇ ਕੀ ਬੋਲਾਂ। ਬਾਪ ਦੇ ਹੁਕਮ ਦੇ ਬਾਰੇ ਗੱਲ ਹੋ ਰਹੀ ਹੈ। ਅਯੂਬ ਦੀ ਕਿਤਾਬ ਜਿਸ ਵੇਲੇ 23:12 ਐਤ ਨੂੰ ਪੜ੍ਹੀਏ ਤਾਂ ਉੱਥੇ ਵੀ ਲਿਖਿਆ ਮਿਲਦਾ ਹੈ, ਮੈਂ ਉਹਦੇ ਲਬਾਂ ਦੇ ਹੁਕਮਾਂ ਤੋਂ ਹਟਿਆ ਨਹੀਂ। ਮੈਂ ਜ਼ਰੂਰੀ ਖੁਰਾਕ ਤੋਂ ਜ਼ਿਆਦਾ ਉਸ ਦੇ ਮੂੰਹ ਦੀਆਂ ਗੱਲਾਂ ਦਾ ਜ਼ਖੀਰਾ ਕੀਤਾ। ਸੈਮੂਅਲ ਨਬੀ ਦੇ ਸੀਫੇ ਦੇ ਵਿੱਚ ਪੜ੍ਹ ਕੇ ਵੇਖ ਲਓ। ਸਾਊਲ ਬਾਦਸ਼ਾਹ ਹੁਕਮ ਤੋੜਿਆ ਏ। ਖੁਦਾ ਨੇ ਫਿਰ ਸੈਮੂਅਲ ਨੂੰ ਭੇਜਿਆ ਤੇ ਆਖਿਆ, ਹੁਕਮ ਮੰਨਣਾ ਕੁਰਬਾਨੀ ਚੜਾਉਣ ਤੋਂ ਬਿਹਤਰ ਹੈ। ਸੋ ਖੁਦਾਵੰਦ ਯਿਸੂ ਮਸੀਹ ਵੀ ਕਹਿੰਦਾ ਏ, ਕਿਉਂਕਿ ਮੈਂ ਆਪਣੀ ਤਰਫੋਂ ਕੁਝ ਵੀ ਨਹੀਂ ਕਹਿੰਦਾ, ਬਲਕਿ ਬਾਪ ਜਿਸ ਨੇ ਮੈਨੂੰ ਭੇਜਿਆ ਹੈ ਉਸਨੇ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ ਕਵਾਂ ਤੇ ਕੀ ਬੋਲਾਂ। ਤੇ ਮੈਂ ਜਾਣਨਾ ਹੈ ਕਿ ਉਸ ਦੇ ਹੁਕਮ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਹੈ। ਇਸ ਕਰਕੇ ਬਾਪ ਜੋ ਮੈਨੂੰ ਕਹਿੰਦਾ ਉਹ ਮੈਂ ਤੁਹਾਡੇ ਤੱਕ ਗੱਲ ਕਰਨਾ ਹੈ ਤੇ ਉਹਦੀਆਂ ਗੱਲਾਂ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਹੈ। ਤੇ ਮੈਂ ਜੋ ਕੁਝ ਕਹਿਣਾ, ਜਿਸ ਤਰ੍ਹਾਂ ਬਾਪ ਨੇ ਮੈਨੂੰ ਦੱਸਿਆ ਹੈ, ਇਸੇ ਤਰ੍ਹਾਂ ਹੀ ਮੈਂ ਕਹਿਣਾ ਹੈ। ਖੁਦਾਵੰਦ ਯਿਸੂ ਮਸੀਹ ਨੇ ਵੀ ਆਪਣੇ ਕੋਲੋਂ ਕੋ ਗੱਲ ਕਰਦਾ, ਉਹ ਕਹਿੰਦਾ ਬਾਪ ਨੇ। ਤੇ ਇਸ ਕਰਕੇ ਬਈ ਅੱਜ ਵੇਲਾ ਏ, ਆਵਾਜ਼ ਏ। ਲਿਖਿਆ ਉਹ ਫਰਮਾਉਂਦਾ ਏ, ਐ ਸੌਣ ਵਾਲਿਆ ਜਾਗ। ਇਫਸੀਓਂ 5:14 ਐਤ। ਉਹ ਫਰਮਾਉਂਦਾ ਏ ਕਿ ਐ ਸੌਣ ਵਾਲਿਆ ਜਾਗ ਤੇ ਮੁਰਦਿਆਂ ਦੇ ਵਿੱਚੋਂ ਜੀ ਉੱਠ, ਖੁਦਾ ਦਾ ਨੂਰ ਤੇਰੇ ਤੇ ਚਮਕੇਗਾ। ਸੋ ਵੀ ਆਵਾਜ਼ ਏ ਐ ਸੌਣ ਵਾਲਿਆ, ਤੇ ਆਵਾਜ਼ ਖੁਦਾ ਦੀ, ਕਿਉਂਕਿ ਰਸੂਲ ਨੇ ਆਖਿਆ ਮੈਂ ਮਸੀਹ ਦਾ ਏਲਚੀ। ਮਸੀਹ ਕਹਿੰਦਾ ਹੈ, ਬਾਪ ਜੋ ਕੁਝ ਮੈਨੂੰ ਕਹਿੰਦਾ ਮੈਂ ਉਹ ਕੁਝ ਕਹਿਣਾ ਵਾਂ। ਤੇ ਖੁਦਾ ਦਾ ਖਾਦਮ
जिसले असी याकूब का खत पढ़ते हैं, पहला बाप याकूब का खत पहला बाप उसकी 16 तो लिखिया है, भरावो फरीब ना खाओ, हर अच्छी बख्शिश ते कामला नाम उपरों ही ਜਿਹੜਾ ਨੂਰਾਂ ਦੇ ਬਾਪ ਦੀ ਤਰਫੋਂ ਮਿਲਦਾ ਹੈ ਤੇ ਜਿਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਉਹਦੇ ਹੁਕਮਾਂ 'ਚ ਕੋਈ ਤਬਦੀਲੀ ਨਹੀਂ ਹੋ ਸਕਦੀ ਤੇ ਨਾ ਗਰਦਿਸ਼ ਤੇ ਸਵੱਬੋ ਸਾਇਆ ਪੈ ਸਕਦਾ ਹੈ ਕਿ ਹਜ਼ਾਰਾਂ ਸਾਲ ਹੋ ਗਏ ਆ। ਇਸ ਕਰਕੇ ਖੁਦਾ ਯਿਸੂ ਮਸੀਹ ਨੇ ਹੁਣ ਫੈਸਲਾ ਬਦਲ ਦਿੱਤਾ ਹੈ, ਕਿਉਂਕਿ ਉਹਦੇ ਬਾਪ ਨੇ ਆਖਿਆ ਜਾ ਕੇ ਹੁਣ ਤੂੰ ਕਹਦੇ ਬੱਚਿਆਂ ਦਾ ਵੀ ਬਪਤਿਸਮਾ ਦੇ ਲਿਆ ਕਰੋ। ਇਸ ਤਰ੍ਹਾਂ ਨਹੀਂ, क्योंकि अबरानियों 13 बाप उदी 8 है च लिखा यसु मसीह कल अज बल्कि अब तक यकसा है ते 9 है च लिखा मुख्तलिफ ते बेगाना तलीमा इंसान नूं भटकाउंदियां पईयां ने। इस करके असी सुत्ते पे हाँ, असी भटके हुए हाँ। सौना असल मतलब है कि असी भटके हुए हाँ। हालांकि यरमिया 6 बाप जिसले 16 है तो पढ़ते हैं तो लिखा मिलता है, रस्तियां ते खड़ी होवो ਤੇ ਪੁਰਾਣੇ ਰਾਹਾਂ ਦੇ ਬਾਰੇ ਪੁੱਛੋ ਕਿ ਅੱਛੀ ਰਾਹ ਕਿੱਥੇ ਆ, ਉਹਦੇ ਤੇ ਚੱਲਿਓ, ਤੁਹਾਡੀ ਜਾਨ ਰਾਹਤ ਪਾਏਗੀ। ਪਰ ਉਹਨਾਂ ਨੇ ਆਖਿਆ ਅਸੀਂ ਤੇ ਨਹੀਂ ਚੱਲਣਾ, ਜਾਨ ਰਾਹਤ ਪਾਏ ਨਾ ਪਾਏ ਅਸੀਂ ਨਹੀਂ ਉਹ ਚੱਲਣਾ। ਤੇ ਫਿਰ ਲਿਖਿਆ, ਮੈਂ ਤੁਹਾਡੇ ਉੱਤੇ ਨਿਗਹਿਬਾਨ ਵੀ ਮੁਕਰਰ ਕੀਤੇ ਕਿ ਨਰਸਿੰਗੇ ਦੀ ਆਵਾਜ਼ ਸੁਣ ਲਓ, ਪਰ ਉਹਨਾਂ ਨੇ ਆਖਿਆ ਇਸ ਤੇ ਨਹੀਂ ਸੁਣਨੀ। ਅੱਜ ਸਾਡਾ ਹਾਲ ਇਹ ਆ, ਇਸ ਕਰਕੇ ਅਸੀਂ ਸੁੱਤੇ ਪਏ ਹਾਂ। खुदावंद दा कलाम जिहड़ा मोतबर कलाम है, जिहदे बारे दूसरा पतरस पहला बाप ते 19 है च लिखिया है, तुहाडे कोल नबियां दी मार्फत लिखिया मोतबर कलाम। अफसोस मोतबर कलाम नूं रद्द कीता होया है ते इस करके भराओ असीं सुत्ते पे आ मोतबर कलाम नूं। हालांकि रोमियो 12 बाप रोमियो 13 बाप ते 11 च लिखिया, वक्त नूं पहचान के तुसीं इदां ही करो जो खुदा कहंदा है। वक्त नूं पहचान के तुसीं इदां ही करो, क्योंकि हुण ओह घड़ी करीब है कि तुसीं नींद चों जागो। तुसीं नींद चों जागो, क्योंकि जिस वक्त तुसीं ईमान लिया सी उस वेले दी निस्बत हुण नजात नज़दीक है। ते 12 च लिखिया, रात गुजर गई ते दिन निकलण वाला है। इस करके तरीके दे कामां नूं छड्ड के ते रोशनी दे हथियार बन लईए। अमसाल 6 बाप उहदी 9 आयत नूं भी पढ़ीए ते उत्थे लिखिया मिलदा है, ऐ काहिल तू कदों तक सुत्तिया रहना, ऐ काहिल तू कदों तक सुत्तिया रहना ही, ते किस वेले तू नींद चो उठना ही। थोड़ी जी नींद एक होर झपकी, जरा पड़े रहने पर हाथ है। ओ तेरा खेत लूमड़ियां ने उजाड़ दिता, ओ तेरा खेत बघियाड़ा ने उजाड़ दिता, ते ये खेत भाई तुहाडे घरा नहीं। रसूलां दे अमाल 20 बाप 28 ऐत नूं पढ़िए। रसूलां दे अमाल 20 बाप 28 ऐत नूं पढ़िए ते खुदा दे कलाम दे विच लिखिया मिलदा है, तू अपनी ते अपने गल्ले दी हिफाजत तू करनी हो, जिस दा रूल कुदस ने तेनू हर बंदे अल इशारा है। तू सुता आया भाई, तू सुता आया, तू कदों नींद चो उठना है। अयूब की किताब 14 बाप नूं पढ़ के वेखो, लिखिया है कि इंसान जिहड़ा औरत तो पैदा है थोड़े ही दिनां दा, वो थोड़े ही दिनां दे ते फिर भी सुते हुए हैं। ते इस करके जागना है, अज बेदार होना है, हुशियार होना है। मोतबर कलाम साडे कोल है। दूसरा पतरस पहला बाप 19 ऐत, तुहाडे कोल नबियां दी मार्फत लिखिया मोतबर कलाम। ते तुसीं चंगा करदे हो कि जिहड़ा उत्ते गौर करदे हो कि वो एक चिराग है जिहड़ा नेरी जगह च चानण पैदा कर दो। सो बई चानण ते कलाम च, जिंदगी ते कलाम च
ਅਸੀਂ ਸੁੱਤੇ ਹੋਏ ਰੱਬ ਆਵਾਜ਼ਾਂ ਦੇਈ ਆਉਣ ਡਿਆ, ਐ ਕਾਹਿਲ ਤੂੰ ਕਦੋਂ ਤੱਕ ਸੁੱਤਿਆ ਰਹਿਣਾ ਈ? ਉਹ ਤੇਰਾ ਖੇਤ ਲੂੰਬੜੀਆਂ ਉਜਾੜ ਗਈਆਂ, ਤੇਰਾ ਖੇਤ ਬਘਿਆੜਾਂ ਨੇ ਉਜਾੜ ਦਿੱਤਾ। ਕਿਉਂਕਿ ਬਾਈਬਲ 'ਚ ਲਿਖਿਆ ਮਿਲਦਾ ਏ, ਯਸਾਇਆ 32 ਬਾਪ ਨੂੰ ਵੀ ਪੜ੍ਹ ਕੇ ਵੇਖ ਲਓ ਕਿ ਇੱਕ ਬਾਦਸ਼ਾਹ ਸਦਾਕਤ ਦੇ ਨਾਲ ਤੁਖਮਰੇਜ਼ੀ ਕਰੇਗਾ, ਸ਼ਹਿਜ਼ਾਦੇ ਅਦਾਲਤ ਦੇ ਨਾਲ ਹੁਕਮਰਾਨੀ ਕਰਨਗੇ। ਇੱਕ ਬਾਦਸ਼ਾਹ ਆਂਦੀ ਵਿੱਚ ਪਨਾਹਗਾਹ ਦੀ ਮਾਨਦ, ਮਾਂਦਗੀ ਦੀ ਜ਼ਮੀਨ ਦੇ ਵਿੱਚ ਪਾਣੀ ਦੀ ਨਦੀਆਂ ਦੀ ਮਾਨਦ, ਚਟਾਨ ਦੀ ਮਾਨਦ, ਪਹਾੜ ਬਣ ਜਾਣਾ, ਸਾਇਆ ਬਣ ਜਾਣਾ। ਇੱਕ ਬਾਦਸ਼ਾਹ, ਔਰ ਉਹ ਬਾਦਸ਼ਾਹ ਤੁਸੀਂ ਹੋ। ਘਰਾਣੇ ਦੇ ਸਰਬਰਾਹ ਹੋ, ਘਰਾਣੇ ਦੇ ਲੋਕ ਹੋ, ਮਾਂ ਪਿਓ। ਕਿਉਂਕਿ ਇਫਸੀਓ ਇਫਸੀਓ 6 ਬਾਪ ਉਹਦੀ 4 ਐ ਚ ਲਿਖਿਆ ਏ, ਐ ਔਲਾਦ ਵਾਲਿਓ ਆਪਣੀ ਔਲਾਦ ਨੂੰ ਦੇਖ ਨਾ ਕਰਿਓ, ਬਲਕਿ ਖੁਦਾਵੰਦ ਦੇ ਵਿੱਚ ਤਰਬੀਅਤ ਤੇ ਨਸੀਹਤ ਦੇ ਕੇ ਇਹਨਾਂ ਦੀ ਪਰਵਰਿਸ਼ ਕਰਿਓ। ਤੇ ਮਾਲ 20 ਬਾਪ ਉਹਦੀ 28 ਐ ਚ ਲਿਖਿਆ, ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਤੂੰ ਕਰਨੀ, ਜਿਸ ਦਾ ਰੂਲ ਕੁਦਸ ਨੇ ਤੈਨੂੰ ਨਿਗਹਿਬਾਨ ਬਣਾਇਆ ਹੀ, ਯਾਨੀ ਖੁਦਾ ਦੀ ਕਲੀਸਿਆ, ਜਿਸ ਨੂੰ ਕਹਿੰਦਾ ਖੂਨ ਦੇ ਨਾਲ ਮੁੱਲ ਲਿਆਈ ਮੇਰੇ ਜਾਣ ਤੋਂ ਬਾਅਦ। ਲਿਖਿਆ ਮੇਰੇ ਜਾਣ ਤੋਂ ਬਾਅਦ ਫਾੜਨ ਵਾਲੇ ਭੇੜੀਆਂ ਨੇ ਤੁਹਾਡੇ 'ਚ ਆ ਜਾਣਾ ਹੀ, ਜਿਨ੍ਹਾਂ ਨੂੰ ਗੱਲੇ ਉੱਤੇ ਕੋਈ ਤਰਸ ਨਹੀਂ ਆਉਣਾ। ਖੁਦ ਤੁਹਾਡੇ ਵਿੱਚੋਂ ਲੋਕ ਉੱਠਣੇ ਨੇ ਜਿਨ੍ਹਾਂ ਨੇ ਉਲਟੀਆਂ ਗੱਲਾਂ ਕਰਨੀਆਂ ਨੇ, ਤਾਂ ਕਿ ਸ਼ਾਗਿਰਦਾਂ ਨੂੰ ਆਪਣੀ ਤਰਫ ਖਿੱਚਣ। ਇਸੇ ਕਰਕੇ ਖੁਦਾਵੰਦ ਯਿਸੂ ਮਸੀਹ ਨੇ ਮੱਤੀ ਦੀ ਅੰਜੀਲ 23 ਬਾਪ ਉਹਦੀ 15 ਐ ਚ ਆਖਿਆ, ਐ ਫੱਕਿਓ ਫਰੀਸੀਓ ਤੁਹਾਡੇ ਉੱਤੇ ਅਫਸੋਸ ਕਿ ਇੱਕ ਮਰੀਦ ਕਰਨ ਦੀ ਖਾਤਰ। ਵੇਖੋ ਇਹਨਾਂ ਦਾ ਬਘਿਆੜਾਂ ਦਾ ਰੂਪ ਕੈਸਾ ਹੈ, ਇਹਨਾਂ ਲੂੰਮੜੀਆਂ ਦਾ ਰੂਪ ਕੈਸਾ ਹੈ, ਜਿਨ੍ਹਾਂ ਨੂੰ ਫੜਨਾ ਹੈ। ਉਹ ਜਿਨ੍ਹਾਂ ਦੇ ਬਾਰੇ ਗਜ਼ਲ ਗਜ਼ਲਾ 2 ਬਾਪ 14 ਚ ਲਿਖਿਆ, ਮੇਰੀ ਕਬੂਤਰੀ ਤੂੰ ਜਿਹੜੀ ਚਟਾਨਾਂ ਦੇ ਦਰਾੜਾਂ ਤੇ ਕਰਾੜਿਆਂ ਦੇ ਆੜਾਂ ਦੇ ਵਿੱਚ ਛੁਪ ਗਈ ਹੈ। ਇਹ ਬੰਦੇ ਨੂੰ ਖੁਦਾ ਜਗਾਉਂਦਾ ਪਿਆ ਹੈ। ਜਾਗ, ਬਾਹਰ ਨਿਕਲ, ਆਪਣਾ ਚਿਹਰਾ ਦਿਖਾ, ਆਪਣੀ ਆਵਾਜ਼ ਸੁਣਾ। ਖੁਦਾ ਆਵਾਜ਼ ਨੂੰ ਤਰਸਦਾ ਪਿਆ ਹੈ ਕਿ ਇਹਦੇ ਮੂੰਹ ਚੋਂ ਸੱਚੀ ਆਵਾਜ਼ ਨਿਕਲੇ। ਅਮਸਾਲ 23 ਬਾਪ ਉਹਦੀ 16 ਚ ਲਿਖਿਆ, ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜਾਣਾ। ਤੇ 15 ਦੇ ਵਿੱਚ ਕਹਿੰਦਾ ਤੇਰੀ ਆਵਾਜ਼ ਲੂੰਮੜੀਆਂ ਨੂੰ ਫੜੇਗੀ। ਕਹਿੰਦਾ ਮੇਰੇ ਲਈ ਲੂੰਮੜੀਆਂ ਨੂੰ ਫੜੋ, ਉਹਨਾਂ ਲੂੰਮੜੀ ਬੱਚਿਆਂ ਨੂੰ ਜਿਹਨਾਂ ਤਾਕਸਤਾਨਾਂ ਨੂੰ ਖਰਾਬ ਕੀਤਾ। ਸਾਡੀਆਂ ਤਾਕਾਂ 'ਚ ਫੁੱਲ ਲੱਗੇ ਨੇ। ਤਾਕਸਤਾਨ ਦੁਨੀਆ ਹੈ, ਦੁਨੀਆ ਨੂੰ ਲੂੰਮੜੀਆਂ ਤਬਾਹ ਕਰਦੀਆਂ ਪਈਆਂ, ਔਰ ਇਹ ਲੂੰਮੜੀਆਂ ਝੂਠੇ ਅੰਬੋ ਗੁਰੂ ਡਿਨਾਮੀਨੇਸ਼ਨਾਂ ਟੋਲੇ ਨੇ। ਇਹ ਬਘਿਆੜ ਉਲਟੀਆਂ ਗੱਲਾਂ ਕਰਨ ਵਾਲੇ ਐਸੇ ਲੋਕ ਨੇ ਜਿਹੜੇ ਕਲਾਮ ਦੇ ਉਲਟ ਚੱਲਦੇ ਨੇ। ਸੋ ਬਾਈਬਲ ਦੇ ਵਿੱਚ ਬਈ ਜ਼ਿਕਰ ਮਿਲਦਾ ਹੈ ਕਿ ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਤੂੰ ਕਰਨੀ ਹੈ। ਖੁਦਾਵੰਦ ਯਿਸੂ ਮਸੀਹ ਨੇ ਇਹਨਾਂ ਲੂੰਮੜੀਆਂ ਦਾ ਦੱਸਿਆ ਕਿ ਲੂੰਮੜੀਆਂ ਇਹ ਬਘਿਆੜ ਕਿਹੜੇ ਭੇਚ ਆਉਂਦੇ ਨੇ। ਲਿਖਿਆ ਇਹ ਪੀਰਾਂ ਦੇ ਰੂਪ 'ਚ। ਐ ਫੱਕਿਓ ਫਰੀਸੀਓ ਤੁਹਾਡੇ ਉੱਤੇ ਅਫਸੋਸ ਕਿ ਇੱਕ ਮਰੀਦ ਕਰਨ ਦੀ ਖਾਤਰ ਤੁਸੀਂ ਤਰੀ ਤੇ ਖੁਸ਼ਕੀ ਦਾ ਦੌਰ ਕਰਦੇ ਹੋ, ਤੇ ਜਦੋਂ ਉਹ ਮਰੀਦ ਹੋ ਜਾਂਦਾ ਏ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾ ਦਿੰਦੇ ਹੋ। ਸੋ ਇਹ ਬਘਿਆੜ ਬੜੇ ਅਜੀਬ ਰੂਪ 'ਚ ਆਉਂਦੇ ਨੇ, ਇਹ ਲੂੰਮੜੀਆਂ ਬੜੇ ਅਜੀਬ ਰੂਪ 'ਚ ਆਉਂਦੀਆਂ ਨੇ। ਇਸ ਕਰਕੇ ਆਪ ਬਚਣਾ ਹੈ, ਨੀਂਦ 'ਚ ਉੱਠਣਾ ਹੈ, ਆਪ ਬਚਣਾ ਆਪਣੀਆਂ ਨਸਲਾਂ ਨੂੰ ਇਹਨਾਂ ਝੂਠੇ ਅੰਬੋਆਂ ਗਰੋਹਾਂ ਡਿਨਾਮੀਨੇਸ਼ਨਾਂ ਟੋਲਿਆਂ ਤੋਂ ਬਚਾਉਣਾ ਹੈ। ਤੇ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਤੂੰ ਕਰਨੀ। ਹਰ ਬੰਦੇ ਵਾਲਾ ਇਸ਼ਾਰਾ ਹੈ। ਇਸ ਕਰਕੇ ਨੀਂਦ 'ਚ ਉੱਠੀਏ, ਅੱਜ ਵੇਲਾ ਹੈ, ਆਪ ਬਚੀਏ, ਆਪਣੀਆਂ ਨਸਲਾਂ ਨੂੰ ਇਹਨਾਂ ਤੋਂ ਬਚਾਈਏ। ਕਲਾਮ ਜਿਹੜਾ ਕਦਮਾਂ ਦੀ ਚਿਰਾਗ ਰਾਹ ਦੀ ਰੋਸ਼ਨੀ ਹੈ ਸਾਡੇ ਕੋਲ ਹੈ। ਮਕਾਸ਼ਵਾ 1 ਬਾਪ 3 ਚ ਲਿਖਿਆ, ਇਸ ਨੂੰ ਪੜ੍ਹੀ, ਇਸ ਨੂੰ ਸੁਣੀ, ਜੋ ਕੁਝ ਇਹਦੇ ਵਿੱਚ ਲਿਖਿਆ ਉੱਤੇ ਅਮਲ ਕਰੀ, ਤੂੰ ਮੁਬਾਰਕ ਹੋ ਜਾਏਗਾ। ਬਾਈਬਲ ਸਾਨੂੰ ਮੁਬਾਰਕ ਕਰ ਦੇਗੀ। ਖੁਦਾ ਤੈਨੂੰ ਬਰਕਤ ਹੈ।